सत श्री अकाल दोस्तों, वेलकम टू डोर स्टैप एजुकेशन पॉइंट। उम्मीद मैं यही करूँगा तुसी सारे वधिया होने आ। अज दी पंजाबी पैडागोजी दी क्लास विच कुछ 15 प्रश्न डिस्कस करांगे। ये वीडियो तुहाडे PS टेट एग्जाम पेपर 1 ਅਤੇ 2 दोनों ਲਈ ही यूजफुल है। सैशन की PDF ਨੂੰ प्राप्त करने ਦੇ ਲਈ अपना टैलीग्राम चैनल जरूर ज्वाइन कर लियो, जिहदा नेम हैगा जी डोर स्टैप एजुकेशन पॉइंट। एंड दोस्तों, अज मैं इस वीडियो ਨੂੰ रिकॉर्ड कर रहा 7:30 वजे। तरीक हैगी है 9 नवंबर 2024। एंड तुहाडे कोल जिहड़े दिन रह गए ने जी, वो बहुत थोड़े रह गए ने। समझ लो 20 दिन रह गए आ तुहाडी PS टेट ਪ੍ਰੀਖਿਆ होने दे विच। सो इस करके अपने सबजैक्ट ते जिवें कि पंजाबी, अंग्रेजी या फिर जिहड़ी CDP है ਉਹਦੀਆਂ ਵੀਡੀਓਜ਼ ਤਾਂ ਮੈਂ ਬਣਾ ਹੀ ਰਿਹਾ। ਪੈਡਾਗੋਜੀ ਦੀਆਂ ਜਿਹੜੀਆਂ ਥਿਊਰੀਜ਼ ਵਾਲੀਆਂ ਵੀਡੀਓਜ਼ ਨੇ ਜੀ, ਉਹ ਵੀ ਮੈਂ ਕੁਝ ਬਣਾਈਆਂ ਹੋਈਆਂ ਨੇ। ਪਰ ਇਸ ਦੇ ਨਾਲ ਨਾਲ ਜਿਹੜਾ ਤੁਹਾਡਾ ਆਪ ਦਾ ਵਿਸ਼ਾ ਹੈਗਾ ਆ, ਜਿਵੇਂ ਕਿ SST ਜਾਂ ਫਿਰ ਮੈਥ ਸਾਇੰਸ ਜਾਂ ਫਿਰ EVS ਮੈਥ ਜਾਂ ਫਿਰ ਮਿਊਜ਼ਿਕ, ਫਿਜ਼ੀਕਲ ਐਜੂਕੇਸ਼ਨ, ਹੋਮ ਸਾਇੰਸ, ਉਰਦੂ, ਸੰਸਕ੍ਰਿਤ, ਜਿਹੜਾ ਵੀ ਸਬਜੈਕਟ ਹੋਵੇ ਉਹਦੇ ਤੇ ਵੀ ਤੁਸੀਂ ਥੋੜਾ ਜਿਹਾ ਜ਼ਿਆਦਾ ਧਿਆਨ ਦਿਓ। ਸੈਲਫ ਸਟੱਡੀ ਵੱਲ ਤੁਸੀਂ ਜ਼ਿਆਦਾ ਧਿਆਨ ਦਿਓ। ਜੇਕਰ ਤੁਸੀਂ ਧਿਆਨ ਦਿਓਗੇ ਫਿਰ ਹੀ ਤੁਹਾਡਾ ਜਿਹੜਾ PS टेट ਦਾ ਪੇਪਰ ਹੈਗਾ ਜੀ, ਚੰਗੇ ਨੰਬਰਾਂ ਨਾਲ 100+ ਨੰਬਰਾਂ ਨਾਲ ਪਾਸ ਹੋਊਗਾ। ਸੋ ਦੋਸਤੋ, ਥੋੜਾ ਜਿਹਾ ਐਕਟਿਵ ਹੋ ਜਾਓ ਇਹਨਾਂ ਦਿਨਾਂ ਦੇ ਵਿੱਚ। ਸੋ ਅੱਜ ਦੀ ਕਲਾਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ। ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ, ਜਿਹੜਾ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ, ਜਿਹਦੇ ਵਿੱਚ ਲਿਖਿਆ ਕੀ ਹੋਇਆ, ਕਿਸੇ ਬੋਲੀ ਦੇ ਸ਼ੁੱਧ ਰੂਪ ਵਿੱਚ ਪੜ੍ਹਨ ਲਿਖਣ ਲਈ ਵਿਦਵਾਨਾਂ ਵੱਲੋਂ ਬਣਾਏ ਗਏ ਨਿਯਮਾਂ ਦੇ ਸੰਗ੍ਰਹਿ ਨੂੰ ਕਿਹਾ ਕੀ ਜਾਂਦਾ ਆ। ਗੱਲ ਕੀਤੀ ਜਾ ਰਹੀ ਹੈ ਕਿਸੇ ਬੋਲੀ ਦੀ ਜਾਂ ਫਿਰ ਭਾਸ਼ਾ ਦੀ। ਉਹਨੂੰ ਤੁਸੀਂ ਬੋਲਣਾ ਆ ਸ਼ੁੱਧ ਰੂਪ ਨਾਲ। ਸ਼ੁੱਧ ਰੂਪ ਨਾਲ ਜੇਕਰ ਤੁਸੀਂ ਕਿਸੇ ਬੋਲੀ ਜਾਂ ਫਿਰ ਭਾਸ਼ਾ ਨੂੰ ਪੜ੍ਹਨ ਲਿਖਣ ਲਈ ਜਿਹੜੇ ਕੁਝ ਨਿਯਮ ਬਣਾਏ ਗਏ ਆ ਵਿਦਵਾਨਾਂ ਵੱਲੋਂ, ਉਸ ਨਿਯਮ ਦੇ ਸੰਗ੍ਰਹਿ ਨੂੰ ਕਿਹਾ ਕੀ ਜਾਂਦਾ ਆ। ਕੀ ਇਹਨੂੰ ਤੁਸੀਂ ਵਿਆਕਰਨ ਕਹਿੰਦੇ ਹੋ, ਟਕਸਾਲੀ ਭਾਸ਼ਾ, ਉਪਭਾਸ਼ਾ ਜਾਂ ਫਿਰ ਵਰਨਬੋਧ। ਸੋ ਇਹਨਾਂ ਨਿਯਮਾਂ ਨੂੰ ਤੁਸੀਂ ਨਾਮ ਦਿੰਦੇ ਹੋ ਜੀ। ਮੇਰੇ ਜਵਾਬ ਦੇਣ ਤੋਂ ਪਹਿਲਾਂ ਤੁਸੀਂ ਜਵਾਬ ਜ਼ਰੂਰ ਦੇ ਦਿਓ ਕਮੈਂਟ ਸੈਕਸ਼ਨ ਦੇ ਵਿੱਚ। ਹੋਪ ਸੋ ਤੁਸੀਂ ਕਮੈਂਟ ਕਰਤਾ ਹੋਊਗਾ। ਐਂਡ ਲਾਸਟ ਤੇ ਤੁਸੀਂ ਮੈਨੂੰ ਦੱਸ ਕੇ ਵੀ ਜਾਣਾ ਆ ਤੁਹਾਡੇ ਇੱਥੇ 15 ਵਿੱਚੋਂ ਨੰਬਰ ਬਣੇ ਕਿੰਨੇ ਆ। ਜੇ ਤੁਸੀਂ ਮੇਰੇ ਜਵਾਬ ਦੇਣ ਤੋਂ ਪਹਿਲਾਂ ਜਵਾਬ ਦਿੰਦੇ ਹੋ, ਇਸ ਚੀਜ਼ ਦੇ ਨਾਲ ਜਿਹੜਾ ਤੁਹਾਡਾ ਆਤਮ ਵਿਸ਼ਵਾਸ ਹੈਗਾ ਆ ਉਹ ਵਧੇਗਾ। ਕਿਉਂਕਿ ਜਿਹੜੇ 15 ਨੰਬਰ ਆਉਣਗੇ ਨਾ, 15 ਵਿੱਚੋਂ ਜਿੰਨੇ ਨੰਬਰ ਤੁਹਾਡੇ ਆਉਣਗੇ ਉਹ ਤੁਹਾਡੇ ਖੁਦ ਦੇ ਨੰਬਰ ਹੋਣੇ ਆ। ਜੇ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਸਿਰਫ ਦੇਖ ਕੇ ਜਾ ਰਹੇ ਹੋ, ਫਿਰ ਤੁਸੀਂ ਐਗਜ਼ਾਮ ਦੇ ਵਿੱਚ ਬੈਠੋਗੇ, ਹੋ ਸਕਦਾ ਤੁਹਾਡੇ ਤੋਂ ਅੱਧੇ ਨਾਲੋਂ ਜ਼ਿਆਦਾ ਪ੍ਰਸ਼ਨ ਹੱਲ ਹੀ ਨਾ ਹੋਣ। ਕਿਉਂਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਸਿਰਫ ਸਮਝਣਾ ਨਹੀਂ ਹੁੰਦਾ, ਆਪ ਹੱਲ ਵੀ ਕਰਨਾ ਹੁੰਦਾ ਆ। ਸੋ ਇਸ ਕਰਕੇ ਕਮੈਂਟ ਜ਼ਰੂਰ ਕਰ ਦਿਆ ਕਰੋ ਮੇਰੇ ਜਵਾਬ ਦੇਣ ਤੋਂ ਪਹਿਲਾਂ। ਸਹੀ ਜਵਾਬ ਇੱਥੇ ਬਣੇਗਾ ਜੀ, ਤੁਸੀਂ ਉਹਨਾਂ ਨਿਯਮਾਂ ਦੇ ਸੰਗ੍ਰਹਿ ਨੂੰ ਵਿਆਕਰਣ ਦਾ ਨਾਮ ਦਿੰਦੇ ਹੋ। ਆਪਸ਼ਨ ਨੰਬਰ ਇਹ ਜਵਾਬ ਸਹੀ ਆ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਅਗਲਾ ਜਿਹੜਾ ਪ੍ਰਸ਼ਨ ਹੈਗਾ ਆ, ਸ਼ੁੱਧ ਉਚਾਰਨ ਲਈ ਬੱਚੇ ਨੂੰ ਗਿਆਨ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਬੱਚੇ ਨੂੰ ਸ਼ੁੱਧ ਉਚਾਰਨ, ਜਿਹੜੀ ਕਿ ਐਕੂਰੇਸੀ ਹੁੰਦੀ ਆ ਬੋਲਣ ਲੱਗਿਆਂ, ਉਹਦੇ ਵਿੱਚ ਜੇ ਤੁਸੀਂ ਬੱਚੇ ਨੂੰ ਗਿਆਨ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੀ ਕਰਨਾ ਪੈਣਾ ਆ। ਕੀ ਬੱਚਿਆਂ ਨੂੰ ਸ਼ਬਦ ਦਾ ਗਿਆਨ ਦੇਣਾ ਪਊਗਾ, ਜਾਂ ਫਿਰ ਧੁਨੀ ਵਿਗਿਆਨ ਦਾ ਗਿਆਨ ਦੇਣਾ ਪੈਣਾ ਆ, ਜਾਂ ਫਿਰ ਵਾਕ ਬਣਤਰ ਦਾ ਗਿਆਨ ਦੇਣਾ ਪਊਗਾ, ਜਾਂ ਫਿਰ ਅਰਥ ਦਾ ਜਿਹੜਾ ਗਿਆਨ ਹੈਗਾ ਜੀ, ਅਰਥ ਗਿਆਨ ਦੇਣਾ ਪੈਣਾ ਆ। ਸੋ ਤੁਹਾਨੂੰ ਕੀ ਲੱਗਦਾ ਆ ਕਿਹੜਾ ਜਵਾਬ ਸਹੀ ਹੋਏਗਾ? ਜੇਕਰ ਤੁਸੀਂ ਸ਼ੁੱਧ ਉਚਾਰਨ ਕਰਾਉਣਾ ਚਾਹੁੰਦੇ ਹੋ ਬੱਚਿਆਂ ਨੂੰ, ਤਾਂ ਤੁਸੀਂ ਧੁਨੀ ਵਿਗਿਆਨ ਤੇ ਕਿਹੜੇ ਜਿਹੜਾ ਅੱਖਰ ਹੈਗਾ ਆ, ਜਿਹੜਾ ਵੀ ਤੁਹਾਨੂੰ ਵੇਖਣ ਨੂੰ ਮਿਲ ਰਿਹਾ, ਉਹਦੀ ਆਵਾਜ਼ ਕਿਹੋ ਜਿਹੀ ਨਿਕਲਦੀ ਹੈਗੀ ਆ। ਸੋ ਤੁਸੀਂ ਧੁਨੀ ਵਿਗਿਆਨ ਤੇ ਧਿਆਨ ਦਿਓਗੇ ਸ਼ੁੱਧ ਉਚਾਰਨ ਦੇ ਲਈ। ਆਪਸ਼ਨ ਨੰਬਰ B ਜਵਾਬ ਤੁਸੀਂ ਲਗਾ ਦਿਓ ਟਿਕ। ਅਗਲੇ ਪ੍ਰਸ਼ਨ ਨੂੰ ਵੀ ਦੇਖ ਲੈਂਦੇ ਆ। ਚੰਗੀ ਪਾਠ ਪੁਸਤਕ ਦੀ ਗੱਲ ਕੀਤੀ ਜਾ ਰਹੀ ਹੈ। ਪਾਠ ਪੁਸਤਕ ਹੁੰਦੀ ਕੀ ਆ ਜੀ, ਜਿਹਨੂੰ ਤੁਸੀਂ ਟੈਕਸਟ ਬੁੱਕ ਕਹਿੰਦੇ ਹੋ। ਟੈਕਸਟ ਬੁੱਕ ਇਹੋ ਜਿਹਾ ਜਿਹੜਾ ਪ੍ਰਸ਼ਨ ਹੈਗਾ ਜੀ, ਤੁਹਾਨੂੰ ਕਿਤੇ ਵੀ ਪੁੱਛਿਆ ਜਾ ਸਕਦਾ। ਇੰਗਲਿਸ਼ ਵਿੱਚ ਪ੍ਰਸ਼ਨ ਲਿਖਿਆ ਹੁੰਦਾ ਜਾਂ ਫਿਰ ਇਹ CDP ਦੇ ਸੈਕਸ਼ਨ ਵਿੱਚ ਪੁੱਛਿਆ ਹੁੰਦਾ ਕਿ ਦੱਸੋ ਚੰਗੀ ਪਾਠ ਪੁਸਤਕ ਵਿੱਚ ਕੀ ਹੋਣਾ ਚਾਹੀਦਾ ਆ। ਵਿਆਕਰਨਿਕ ਅਸ਼ੁੱਧੀਆਂ ਨਹੀਂ ਹੋਣੀਆਂ ਚਾਹੀਦੀਆਂ। ਕਿ ਵੀ ਜਿਹੜੀਆਂ ਵਿਆਕਰਨਿਕ ਗ੍ਰਾਮੈਟੀਕਲ ਮਿਸਟੇਕਸ ਉਹਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਮੈਨੂੰ ਤਾਂ ਗੱਲ ਠੀਕ ਲੱਗਦੀ ਆ। ਦੂਸਰੀ ਆਪਸ਼ਨ ਵਿੱਚ ਲਿਖਿਆ ਹੋਇਆ, ਭਾਸ਼ਾ ਸ਼ੈਲੀ ਜਿਹੜੀ ਹੈਗੀ ਆ ਜੀ, ਸਪਸ਼ਟ ਤੇ ਸਿੱਧੀ ਹੋਣੀ ਚਾਹੀਦੀ ਆ। ਘੁਮਾ ਫਿਰਾ ਕੇ ਕੋਈ ਚੀਜ਼ਾਂ ਨਾ ਲਿਖੀਆਂ ਹੋਣ। ਬੱਚੇ ਹੁੰਦੇ ਆ, ਉਹਨਾਂ ਦੇ ਮੈਂਟਲ ਲੈਵਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਵੀ ਤਰੀਕਾ ਹੋਵੇ ਉਹਦੇ ਵਿੱਚ ਭਾਸ਼ਾ ਸ਼ੈਲੀ ਦੀ ਵਰਤੋਂ ਕੀਤੀ ਗਈ ਹੋਵੇ, ਉਹ ਵਧੀਆ ਹੋਣੀ ਚਾਹੀਦੀ ਆ, ਸਿੱਧੀ ਹੋਣੀ ਚਾਹੀਦੀ ਆ, ਸਟ੍ਰੇਟ ਫਾਰਵਰਡ। ਆਪਸ਼ਨ ਨੰਬਰ C ਵਿੱਚ ਲਿਖਿਆ ਹੋਇਆ, ਵਿਸ਼ਾ ਵਸਤੂ ਜਿਹੜਾ ਵੀ ਉਹਦੇ ਵਿੱਚ ਸਬਜੈਕਟ ਮੈਟਰ ਲਿਖਿਆ ਹੋਇਆ
ਬੱਚਿਆਂ ਦੇ ਅਨੁਕੂਲ, ਬੱਚਿਆਂ ਦੇ ਮੈਂਟਲ ਦੇ ਲੈਵਲ ਦੇ ਹਿਸਾਬ ਨਾਲ ਹੋਣਾ ਚਾਹੀਦਾ ਆ। ਕਿਤੇ ਐ ਨਾ ਹੋਵੇ ਜਮਾਤ ਹੈ ਕਿ 6ਵੀਂ ਦੀ ਤੇ ਉਹਨਾਂ ਨੇ ਜਿਹੜਾ ਕੰਟੈਂਟ ਪਾਇਆ ਹੋਇਆ 8ਵੀਂ ਦਾ ਪਾਇਆ ਹੋਇਆ ਤੇ 6ਵੀਂ ਵਾਲਾ ਜਿਹੜਾ ਬੱਚਾ ਆ 8ਵੀਂ ਦਾ ਜਿਹੜਾ ਕੰਟੈਂਟ ਆ ਉਹਨੂੰ ਤਾਂ ਸਮਝ ਹੀ ਨਹੀਂ ਸਕਦਾ। ਸੋ ਬਿਲਕੁਲ ਅਨੁਕੂਲ ਤਾਂ ਹੋਣਾ ਚਾਹੀਦਾ ਆ। ਸੋ ਤਿੰਨੇ ਜਿਹੜੀਆਂ ਗੱਲਾਂ ਨੇ ਜੀ, ਉਪਰੋਕਤ ਸਭ ਕੁਝ ਹੋਣਾ ਚਾਹੀਦਾ ਆ। ਸੋ ਤਿੰਨੇ ਜਿਹੜੀਆਂ ਗੱਲਾਂ ਨੇ ਇਹ ਤਿੰਨੇ ਹੀ ਸਹੀ ਹੋਣਗੀਆਂ ਕਿ ਕਿਸੇ ਵੀ ਟੈਕਸਟ ਬੁੱਕ ਦੇ ਵਿੱਚ ਇਹ ਤਿੰਨੇ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ। ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਦੋਗੇ ਟਿਕ। ਅਗਲੇ ਪ੍ਰਸ਼ਨ ਨੂੰ ਦੇਖਦੇ ਹਾਂ। ਅਗਲਾ ਪ੍ਰਸ਼ਨ ਹੈਗਾ, ਭਾਸ਼ਾ ਵਿੱਚ ਮੌਖਿਕ ਤੇ ਲਿਖਤ ਰੂਪਾਂ ਨੂੰ ਸ਼ੁੱਧ ਤੇ ਸਪਸ਼ਟ ਰੱਖਣ ਦੀ ਲੋੜ ਪੈਂਦੀ ਹੈ। ਭਾਸ਼ਾ ਦੀ ਗੱਲ ਕੀਤੀ ਜਾ ਰਹੀ ਹੈ। ਭਾਸ਼ਾ ਨੂੰ ਤੁਸੀਂ ਮੌਖਿਕ ਜਿਹੜਾ ਬੋਲਚਾਲ ਦਾ ਤਰੀਕਾ ਆ, ਬੋਲਚਾਲ ਤੋਂ ਤੁਸੀਂ ਲਿਖਤ ਰੂਪ ਵਿੱਚ ਲੈ ਕੇ ਆਉਣਾ ਆ ਤੇ ਇਹਨੂੰ ਤੁਸੀਂ ਸ਼ੁੱਧ ਤੇ ਸਪਸ਼ਟ ਰੱਖਣਾ ਆ। ਤੇ ਇਹਦੇ ਲਈ ਕਿਹੜੀ ਚੀਜ਼ ਦੀ ਜ਼ਰੂਰਤ ਪੈਣੀ ਆ? ਪੜ੍ਹੇ ਲਿਖੇ ਲੋਕਾਂ ਦੀ ਜ਼ਰੂਰਤ ਪਏਗੀ, ਬੋਲਚਾਲ ਦੇ ਢੰਗਾਂ ਦੀ, ਸੁਲੇਖ ਲਿਖਣ ਦੀ ਜਾਂ ਫਿਰ ਵਿਆਕਰਨਿਕ ਨਿਯਮਾਂ ਦੀ। ਭਾਸ਼ਾ ਨੂੰ ਲਿਖਤੀ ਰੂਪ ਵਿੱਚ ਸ਼ੁੱਧ ਤੇ ਸਪਸ਼ਟ ਲਿਖਣ ਦੇ ਲਈ ਮੈਂ ਸਹੀ ਜਵਾਬ ਦੱਸਣ ਜਾ ਰਿਹਾ। ਵਿਆਕਰਨਿਕ ਨਿਯਮਾਂ ਦੀ ਜ਼ਰੂਰਤ ਪੈਣੀ ਹੈ ਜੀ। ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਇੱਥੇ ਲਿਖਿਆ ਹੋਇਆ ਨਾ ਲਿਖਤੀ ਰੂਪ ਦੇ ਵਿੱਚ, ਲਿਖਤ ਰੂਪ ਨੂੰ ਸ਼ੁੱਧ ਤੇ ਸਪਸ਼ਟ ਲਿਖਣ ਦੇ ਲਈ ਡੀ ਜਵਾਬ, ਵਿਆਕਰਨਿਕ ਨਿਯਮਾਂ ਦੀ ਸਾਨੂੰ ਜ਼ਰੂਰਤ ਪੈਣੀ ਹੈ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਜਿਹੜਾ ਕਿ ਉਪਚਾਰਾਤਮਕ ਸਿੱਖਿਆ ਦਾ ਅਰਥ ਹੈ ਜੀ, ਕੀ ਹੈਗਾ ਜੀ? ਤੁਹਾਨੂੰ ਕੀ ਲੱਗਦਾ ਆ ਉਪਚਾਰਾਤਮਕ ਸਿੱਖਿਆ, ਜਿਹਨੂੰ ਤੁਸੀਂ ਰਿਮੀਡੀਅਲ ਟੀਚਿੰਗ ਵੀ ਕਹਿ ਦਿੰਦੇ ਹੋ? ਕਮਜ਼ੋਰ ਵਿਦਿਆਰਥੀਆਂ ਦੇ ਅਧਿਆਪਨ ਲਿਖਣ ਦੇ ਦੋਸ਼ਪੂਰਨ ਪ੍ਰਭਾਵਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਹੈ ਜੀ, ਬੱਚੇ ਦਾ ਇਲਾਜ ਕਰਨ ਦੇ ਲਈ, ਜਾਂ ਫਿਰ ਛੁੱਟੀ ਤੋਂ ਪਿੱਛੋਂ ਕਮਜ਼ੋਰ ਬੱਚੇ ਨੂੰ ਪੜ੍ਹਾਉਣਾ, ਸਰੀਰਕ ਤੌਰ ਤੇ ਕਮਜ਼ੋਰ ਬੱਚਿਆਂ ਨੂੰ ਚੰਗੀ ਖੁਰਾਕ ਦੇ ਕੇ ਸਿਹਤਮੰਦ ਬਣਾਉਣਾ। ਸਿਹਤਮੰਦ ਆਪਾਂ ਕਦੋਂ ਤੋਂ ਬਣਾਉਣ ਲੱਗੇ ਬੱਚਿਆਂ ਨੂੰ? ਠੀਕ ਹੈ, ਮਿਡ ਡੇ ਮੀਲ ਦਾ ਪ੍ਰੋਗਰਾਮ ਆਪਾਂ ਚਲਾਇਆ ਹੋਇਆ ਜਾਂ ਫਿਰ ਸਰਕਾਰ ਨੇ, ਪਰ ਆਪਾਂ ਆਪਸ਼ਨ ਨੰਬਰ ਡੀ ਨੂੰ ਕਰਾਂਗੇ ਐਲੀਮੀਨੇਟ। ਛੁੱਟੀ ਤੋਂ ਪਿੱਛੋਂ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਣਾ, ਕੋਈ ਜ਼ਰੂਰੀ ਹੈ ਕਿ ਆਪਾਂ ਛੁੱਟੀ ਤੋਂ ਪਿੱਛੋਂ ਹੀ ਆਪਾਂ ਕੰਮ ਕਰਾਵਾਂਗੇ? ਛੁੱਟੀ ਤੋਂ ਪਹਿਲਾਂ ਵੀ ਤਾਂ ਪੜ੍ਹਾ ਸਕਦੇ ਹਾਂ, ਅਰਲੀ ਮਾਰਨਿੰਗ। ਮਤਲਬ ਠੀਕ ਹੈ, ਬੱਚਿਆਂ ਨੂੰ ਪੜ੍ਹਾਉਣਾ ਤਾਂ ਹੈ, ਪਰ ਸਹੀ ਜਵਾਬ ਨਹੀਂ ਲਿਖਿਆ ਹੋਇਆ। ਆਪਸ਼ਨ ਨੰਬਰ ਸੀ ਨੂੰ ਵੀ ਕਰਾਂਗੇ। ਬੀ ਵੀ ਐਲੀਮੀਨੇਟ ਹੋਊਗਾ। ਇਲਾਜ ਤਾਂ ਨਹੀਂ ਆਪਾਂ ਕਰਦੇ ਬੱਚਿਆਂ ਦਾ, ਆਪਾਂ ਕਿਹੜਾ ਡਾਕਟਰ ਹੈਗੇ ਆ, ਵੈਸੇ ਧਿਆਨ ਜ਼ਰੂਰ ਰੱਖੀਦਾ ਬੱਚਿਆਂ ਦਾ। ਇਹ ਹੈਗਾ ਜੀ ਕਮਜ਼ੋਰ ਵਿਦਿਆਰਥੀ ਜਿਹੜੇ ਕਿ ਟੌਪਿਕ ਤੋਂ ਭਟਕ ਗਏ ਆ। ਆਪਾਂ ਮੰਨ ਲਓ 5 ਪਾਠ ਕਰਵਾਤੇ, 5 ਪਾਠ ਕਰਵਾਏ ਬੱਚਿਆਂ ਨੂੰ, ਉਹਦੇ ਵਿੱਚੋਂ ਕੁਝ ਸਮੱਸਿਆ ਆ ਰਹੀ ਆ, ਕੁਝ ਟੌਪਿਕ ਬੱਚਿਆਂ ਨੂੰ ਸਮਝ ਲੱਗੇ ਨਹੀਂ। ਸੋ ਇਸ ਕਰਕੇ ਜਿਹੜੇ ਕਮਜ਼ੋਰ ਵਿਦਿਆਰਥੀ ਨੇ ਦੇ ਅਧਿਆਪਨ ਲਿਖਣ ਦੇ ਦੋਸ਼ਪੂਰਨ ਪ੍ਰਭਾਵਾਂ ਨੂੰ, ਜਿੱਥੇ ਸਮੱਸਿਆ ਆ ਰਹੀ ਆ ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਜਿਹੜੀ ਪ੍ਰਕਿਰਿਆ ਹੈਗੀ ਆ, ਉਹਨੂੰ ਤੁਸੀਂ ਉਪਚਾਰਾਤਮਕ ਸਿੱਖਿਆ ਦਾ ਨਾਮ ਦਿੰਦੇ ਹੋ। ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਭਾਸ਼ਾ ਸਿੱਖਿਆ ਦਾ ਜਿਹੜਾ ਮੁੱਖ ਉਦੇਸ਼, ਭਾਸ਼ਾ ਜਿਹੜੀ ਟੀਚਿੰਗ ਹੈਗੀ ਹੈ, ਐਜੂਕੇਸ਼ਨ ਹੈਗੀ ਹੈ, ਇਹਦਾ ਮੇਨ ਆਬਜੈਕਟਿਵ ਕੀ ਹੈ? ਬੱਚੇ ਨੂੰ ਪੜ੍ਹਨਾ ਸਿਖਾਉਣਾ, ਜਾਂ ਫਿਰ ਲਿਖਣਾ ਸਿਖਾਉਣਾ, ਜਾਂ ਫਿਰ ਭਾਸ਼ਾ ਦੇ ਸਾਰੇ ਕੌਸ਼ਲਾਂ ਵਿੱਚ ਨਿਪੁੰਨ ਕਰਨਾ, ਜਾਂ ਫਿਰ ਆਪਸ਼ਨ ਨੰਬਰ ਡੀ ਲੇਖ ਲਿਖਣਾ ਸਿਖਾਉਣਾ। ਪੜ੍ਹਨਾ ਸਿਖਾਉਣਾ, ਲਿਖਣਾ ਸਿਖਾਉਣਾ, ਲੇਖ ਲਿਖਣਾ ਸਿਖਾਉਣਾ, ਇਹ ਕਾਹਦੇ ਪਾਰਟ ਨੇ ਜੀ? ਮੈਂ ਸਹੀ ਜਵਾਬ ਦੱਸਣ ਜਾ ਰਿਹਾ। ਇਹ ਹੈਗਾ ਜੀ ਭਾਸ਼ਾ ਦੇ ਕੌਸ਼ਲ। ਭਾਸ਼ਾ ਦੇ ਕੌਸ਼ਲ ਕਿਹੜੇ ਵੇਖਣ ਨੂੰ ਮਿਲਦੇ ਆ ਜੀ? ਜੇਕਰ ਮੈਂ ਅੰਗਰੇਜ਼ੀ ਦੀ ਗੱਲ ਕਰਾਂ, LSRW, ਇਸ ਤੋਂ ਤੁਸੀਂ ਯਾਦ ਕੀਤਾ ਹੋਊਗਾ। L ਤੋਂ ਆ ਗਿਆ ਜੀ ਲਿਸਨਿੰਗ, S ਤੋਂ ਆ ਗਿਆ ਜੀ ਸਪੀਕਿੰਗ, R ਤੋਂ ਆ ਗਿਆ ਜੀ ਰੀਡਿੰਗ, W ਤੋਂ ਆ ਗਿਆ ਜੀ ਰਾਈਟਿੰਗ। ਸੋ ਇਹ 4 ਸਕਿੱਲ ਦੇਖਣ ਨੂੰ ਮਿਲਦੀਆਂ ਨੇ। ਇਹ ਚਾਰਾਂ ਸਕਿੱਲ ਦੀ ਜਿਹੜੀ ਸਿੰਗਲ ਗੱਲ ਹੈਗੀ, ਜਿਵੇਂ ਕਿ ਪੜ੍ਹਨ ਦੀ ਗੱਲ ਇੱਥੇ ਕੀਤੀ ਹੈ A ਦੇ ਵਿੱਚ, ਲਿਖਣ ਦੀ ਗੱਲ B ਵਿੱਚ ਕੀਤੀ ਹੈ, ਲਿਖਣ ਦੀ ਫਿਰ ਗੱਲ D ਵਿੱਚ ਕੀਤੀ ਹੋਈ ਹੈ, ਬਟ C ਵਿੱਚ ਨਾ ਇਹ 4 ਸਕਿੱਲ ਆ ਜਾਂਦੀਆਂ ਨੇ। ਤੇ ਭਾਸ਼ਾ ਸਿੱਖਿਆ ਦਾ ਜਿਹੜਾ ਮੇਨ ਆਬਜੈਕਟਿਵ ਆ ਨਾ, ਇਹ ਇਹੀ ਹੈ ਕਿ ਭਾਸ਼ਾ ਦੇ ਸਾਰੇ ਕੌਸ਼ਲਾਂ ਵਿੱਚ ਨਿਪੁੰਨ ਕਰਨਾ ਬੱਚਿਆਂ ਨੂੰ। ਆਪਸ਼ਨ ਨੰਬਰ ਜਿਹੜਾ ਸੀ ਜਵਾਬ ਹੋਏਗਾ ਜੀ, ਇਹ ਤੁਹਾਡਾ ਬਿਲਕੁਲ ਸਹੀ ਹੋਏਗਾ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਪ੍ਰਭਾਵਸ਼ਾਲੀ ਸੁਣਕ ਲਈ ਇਹ ਸ਼ਰਤ ਪੂਰੀ ਹੋਣੀ ਚਾਹੀਦੀ ਹੈ। ਸੁਣਕ ਦੀ ਗੱਲ ਕੀਤੀ ਜਾ ਰਹੀ ਹੈ, ਪ੍ਰਭਾਵਸ਼ਾਲੀ ਇਫੈਕਟਿਵ ਜਿਹੇ ਤਰੀਕੇ ਨਾਲ ਕਿਹੜੀ ਕੰਡੀਸ਼ਨ ਹੋਣੀ ਚਾਹੀਦੀ ਹੈ? ਜੋ ਸੁਣ ਲਿਆ ਉਹ ਮੰਨ ਲਓ, ਜਿਹੜਾ ਸੁਣਿਆ ਜਾਵੇ ਉਹ ਮੰਨਿਆ ਜਾਵੇ, ਸੱਚ ਮੰਨਿਆ ਜਾਵੇ। ਆਪਸ਼ਨ ਨੰਬਰ ਬੀ ਵਿੱਚ ਲਿਖਿਆ ਹੋਇਆ ਸੁਣਾਉਣ ਵਾਲਾ ਚੰਗਾ ਬੁਲਾਰਾ ਹੋਵੇ। ਸੁਣਾਉਣ ਵਾਲਾ ਜਿਹੜਾ ਹੈਗਾ ਚੰਗਾ ਬੁਲਾਰਾ ਹੋਵੇ। ਜੋ ਸੁਣਿਆ ਜਾਵੇ ਉਸ ਨੂੰ ਪੂਰੀ ਤਰ੍ਹਾਂ ਸਮਝਿਆ ਜਾਵੇ। ਜੋ ਤੁਸੀਂ ਸੁਣ ਰਹੇ ਹੋ ਉਹਨੂੰ ਚੰਗੇ ਤਰੀਕੇ ਨਾਲ ਸਮਝਣਾ ਚਾਹੀਦਾ ਆ, ਜਾਂ ਫਿਰ ਜੋ ਸਮਝਿਆ ਜਾਵੇ ਉਸ ਨੂੰ ਪੂਰੀ ਤਰ੍ਹਾਂ ਸੁਣਿਆ ਜਾਵੇ। ਸੋ ਜਵਾਬ ਇਹਦਾ ਸਹੀ ਹੋਊਗਾ ਪ੍ਰਭਾਵਸ਼ਾਲੀ ਸੁਣਕ ਲਈ ਜੋ ਕੁਝ ਤੁਸੀਂ ਸੁਣ ਰਹੇ ਹੋ। ਮੈਂ ਸਹੀ ਜਵਾਬ ਦੱਸੂਗਾ ਆਪਸ਼ਨ ਨੰਬਰ ਸੀ, ਕਿ ਜੋ ਸੁਣ ਰਹੇ ਹੋ ਨਾ ਤੁਸੀਂ ਉਹਨੂੰ ਚੰਗੇ ਤਰੀਕੇ ਨਾਲ ਸਮਝਿਆ ਜਾਵੇ। ਇਹੀ ਸ਼ਰਤ ਹੈਗੀ ਹੈ ਕਾਹਦੇ ਲਈ? ਪ੍ਰਭਾਵਸ਼ਾਲੀ ਸੁਣਕ ਦੇ ਲਈ। ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਬੱਚਾ ਵਾਤਾਵਰਣ ਤੋਂ ਭਾਸ਼ਾ ਸਿੱਖਦਾ ਹੈ। ਕਿਵੇਂ ਸਿੱਖਦਾ ਹੈ ਬੱਚਾ ਵਾਤਾਵਰਣ ਤੋਂ ਭਾਸ਼ਾ? ਬੋਲ ਕੇ ਸਿੱਖੇਗਾ, ਦੇਖ ਕੇ ਸਿੱਖੇਗਾ, ਅਨੁਕਰਨ ਕਰਕੇ ਸਿੱਖੇਗਾ, ਜਾਂ ਫਿਰ ਅਨੁਭਵ ਦੁਆਰਾ ਸਿੱਖੇਗਾ। ਬੱਚਾ ਵਾਤਾਵਰਣ ਤੋਂ ਭਾਸ਼ਾ ਜਿਹੜਾ ਸਿੱਖਦਾ ਆ ਨਾ, ਉਹ ਕਾਪੀ ਕਰਕੇ, ਇਮੀਟੇਸ਼ਨ ਕਰਕੇ ਸਿੱਖਦਾ ਆ।
तो इमीटेशन जिहड़ा वर्ड हैगा आ इत्थे वेखो किते पंजाबी विच लिखिया होया, बिल्कुल लिखिया होया। इमीटेशन नूं तुसीं कहंदे हो अनुकरण करना। ऑप्शन नंबर सी जवाब जिहड़ा हैगा जी ये तुहाडा जवाब सही होएगा। सी जवाब नूं टिक लगाउण तो बाद चलदे हां अगले प्रश्न दे उत्ते। भाषा विच बोल चाल दा सिद्धांत दा भाव है। भाषा विच बोल चाल दा सिद्धांत दा भाव है बच्चा उही पाठ करे, अध्यापक बोल बोल के पढ़ावे, सारी श्रेणी आपस विच बोल चाल करे, बच्चे नूं बोलण दे वध तो वध जिहड़े मौके ने जी वो प्रदान कीते जाण। इत्थे थोड़ी जी गलती हुई है, इत्थे प्रधान लिखिया गया। सो इत्थे जिहड़ा सही जवाब बनेगा जी कि भाषा विच बोल चाल दा जिहड़ा सिद्धांत हैगा जी इहदा मतलब ये हैगा आ, मैं सही जवाब दस्सण जा रहा कि बच्चे नूं बोलण दे वध तो वध जिहड़े मौके ने जी वो प्रदान कीते जाण। इहदे नाल जिहड़ा बच्चा हैगा आ ਉਹਨੂੰ ज़्यादा तो ज़्यादा बोलण ਦਾ मौका मिलूगा, ਜਿਹਦੇ ਨਾਲ ਹੋਣਾ ਕੀ ਹੈ ਇਹਦੇ ਵਿੱਚ ਜਿਹੜਾ ਬੱਚਾ ਹੋਏਗਾ ਭਾਸ਼ਾਈ ਜਿਹੜਾ ਕੌਸ਼ਲ ਹੋਏਗਾ ਜੀ ਉਹ ਇੰਪਰੂਵ ਹੋਏਗਾ ਬੱਚੇ ਦਾ। ਸੋ ਇਸ ਕਰਕੇ ਆਪਸ਼ਨ ਨੰਬਰ ਜਿਹੜਾ ਡੀ ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੋਏਗਾ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਅਗਲੇ ਪ੍ਰਸ਼ਨ ਵਿੱਚ ਬੱਚਾ ਸ਼ੁੱਧ ਬੋਲ ਲਿਖਤ ਤਾਂ ਹੀ ਲਿਖ ਸਕਦਾ ਹੈ ਜੇਕਰ ਧਿਆਨ ਨਾਲ। ਤੁਹਾਨੂੰ ਕੀ ਲੱਗਦਾ ਬੱਚਾ ਸ਼ੁੱਧ ਬੋਲ ਲਿਖਤ ਫੇਰ ਹੀ ਲਿਖ ਸਕੇਗਾ ਜੇਕਰ ਉਹ ਬੱਚਾ ਕੀ ਕਰੇ ਧਿਆਨ ਨਾਲ ਸੁਣੇ ਤੇ ਸਮਝੇ, ਸ਼ਬਦ ਦੇ ਜਿਹੜੇ ਅਰਥ ਨੇ ਜੀ ਉਹ ਗ੍ਰਹਿਣ ਕਰੇ ਜਾਂ ਫਿਰ ਵਿਆਕਰਣ ਨੂੰ ਸਮਝੇ। ਵੈਸੇ ਇਹਦਾ ਜਿਹੜਾ ਜਵਾਬ ਹੈਗਾ ਜੀ ਤੁਸੀਂ ਲਗਾਤਾ ਹੋਊਗਾ। ਸਹੀ ਜਵਾਬ ਹੈਗਾ ਜੀ ਬੱਚਾ ਸ਼ੁੱਧ ਬੋਲ ਲਿਖਤ ਤਾਂ ਹੀ ਲਿਖ ਸਕਦਾ ਆ ਜੇਕਰ ਸ਼ਬਦ ਦਾ ਜਿਹੜਾ ਅਰਥ ਹੈਗਾ ਜੀ ਉਹ ਵੀ ਐਕਵਾਇਰ ਕਰੇਗਾ ਸਮਝ ਦੇ ਆਧਾਰ ਤੇ। ਆਪਸ਼ਨ ਨੰਬਰ ਜਿਹੜਾ ਸੀ ਜਵਾਬ ਹੈਗਾ ਜੀ ਇਹਨੂੰ ਤੁਸੀਂ ਲਗਾ ਦੇਣਾ ਹੈ ਟਿਕ। ਅਗਲੇ ਪ੍ਰਸ਼ਨ ਨੂੰ ਦੇਖਦੇ ਹਾਂ। ਟਕਸਾਲੀ ਬੋਲੀ ਕਿਹਾ ਕਿਸ ਨੂੰ ਜਾਂਦਾ ਆ? ਟਕਸਾਲੀ ਜਿਹੜੀ ਬੋਲੀ ਹੈ जो आम बोल चाल विच वरती जाती होवे उन्होंने तुसी टकसाली बोली कहते हो, या फिर जो किसी खास इलाके विच बोली जाती होवे, इत्थे खास होना सीगा इलाके विच बोली जाती होवे उन्होंने तुसी टकसाली बोली बोलते हो, या फिर जो राजनीति विच बोली जाती है उन्होंने तुसी टकसाली बोली बोलते हो, या फिर जिस दी वरतों सरकारी काम काज ते सिक्ख्या आदि के खेतर विच होवे उन्होंने तुसी टकसाली बोली बोलते हो। सही जवाब जिहड़ा होएगा जी ऑप्शन नंबर डी। जिस दी जिहड़ी वरतों हैगी है जी सरकारी काम काज ते सिक्ख्या आदि के खेतर विच हुंदी होवे उहनूं तुसीं टकसाली बोली का नाम दिंदे हो। ऑप्शन नंबर डी जवाब की गल करांगे, ये जवाब तुहाडा सही है। अगे प्रश्न देख लो किहड़ा शब्द शुद्ध हैगा जी, तुसीं हुण देख लो आपे इहदे विचों किहड़ा शब्द शुद्ध हैगा आ। सो मैं सही जवाब की गल करूँगा। ऑप्शन नंबर ए जवाब तुहाडा सही है, प्रकृति। ये जवाब बिल्कुल शुद्ध है। ऑप्शन नंबर ए जवाब नूं लगा दिओ टिक। चलदे हां जी अगले प्रश्न के उत्ते। भाषा के सुनन कौशल तो की भाव हैगा जी? भाषा के सुनन कौशल तो लिसनिंग स्किल की गल की जा रही है। भाषा नूं सुनना, भाषा नूं समझना, भाषा नूं सुन के विचारां ते भावां नूं ग्रहण करना या फिर अर्थ ग्रहण कर। सुनन कौशल का भाव हैगा जी ऑप्शन का मैं जवाब देण जा रहा जी सुन के विचारां ते भावां नूं ग्रहण करना, यही हैगा जी सुनन कौशल तो भाव। सो ऑप्शन नंबर सी जवाब जिहड़ा हैगा जी इहनूं तुसीं लगा दिओ टिक। हुण चलदे हां जी अज दे अपने सैकेंड लास्ट प्रश्न ते। बच्चा रस्मी भाषा कित्थों सिੱਖਦਾ है? मैनूं लगदा ये जिहड़ा हैगा कंसैप्ट मैं ज़्यादा थ्योरी वाली क्लास विच अंग्रेजी दी या फिर ये प्रश्न इहो जिहा होर आया होया बट वो इंग्लिश पैडागोजी विच हैगा सी कि जिहड़ा बच्चा आ रस्मी भाषा की गल की जा रही है। रस्मी भाषा नूं तुसीं कह लो भी जिहड़ी फॉर्मल एजुकेशन फॉर्मल की गल की जा रही है कि वो कित्थों सिੱਖਦਾ आ। कि इस भाषा नूं बच्चा स्कूल तो सीखेगा, परिवार तो, माँ तो या फिर समाज तो? सही जवाब की गल करते हैं। ऑप्शन नंबर ए जवाब तुहाडा सही होएगा, स्कूल तो सीखता है बच्चा रस्मी भाषा नूं। ऑप्शन नंबर ए जवाब सही है जी। अगले प्रश्न दे चलते हैं जिहड़ा कि अज दा लास्ट प्रश्न है जी। मौनवाचक तो की भाव हैगा जी? इत्थे गल की जा रही है साइलेंट रीडिंग दी। सो दसो। चुप रह के पढ़ना, मन ही मन विच बिना आवाज़ कीते अर्थ ग्रहण करन दी क्रिया, इकल्ले बैठ के पढ़ना कोई नहीं। सो इत्थे तुसीं कह सकते हो कि सर चुप रह के ही तो पढ़ते हैं, बट नहीं। इत्थे जिहड़ा वाइडर जेकर मीनिंग देखिए तो मौनवाचक तो भाव यही हैगा आ साइलेंट रीडिंग आपां जदों कराउने आ बच्चों नूं आही चीज़ तो आपां इंप्रूव करनी हुंदी है कि बच्चा मन ही मन विच बिना आवाज़ कीते अर्थ ग्रहण करन दी जिहड़ी क्रिया हैगी आ उहनूं सिख जावे। सो ऑप्शन नंबर बी जवाब तुहाडा बिल्कुल सही होएगा तो यही तुहाडा जवाब हैगा जी लास्ट प्रश्न का। एंड दोस्तों 15 विचों तुहाडे इत्थे नंबर किन्ने बने ने? हुण एवें ना वीडियो दे के चल जाया करो, कमेंट भी कर दिया करो,
ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਰਹੇ। ਲਾਈਕ ਕਰਿਆ ਕਰੋ ਸੈਸ਼ਨ ਨੂੰ, ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜਿਹੜੇ ਸਾਥੀ ਬਿਨਾਂ ਸਬਸਕ੍ਰਾਈਬ ਕੀਤੇ ਇਸ ਵੀਡੀਓ ਨੂੰ ਦੇਖ ਰਹੇ ਆ। ਵੈਸੇ ਤਾਂ ਚਲੋ ਮੈਕਸਿਮਮ ਨਹੀਂ ਕੀਤਾ ਹੋਇਆ, ਬਟ ਇਹਨਾਂ ਵੀਡੀਓਜ਼ ਨੂੰ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਆਪਣੇ ਚੈਨਲ ਦੇ ਸਬਸਕ੍ਰਾਈਬਰ ਵੀ ਵੱਧ ਸਕਣ। ਸੋ ਦੋਸਤੋ, ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।